ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਚੜ੍ਹਤ ਸਿੰਘ ਸ਼ੁਕਰ ਚੱਕੀਆ ਰੋਹਤਾਸ ਦੇ ਕਿਲ੍ਹੇ ਦੇ ਉੱਪਰ ਹਮਲਾ ਕਰਦਾ ਹੈ, ਉਸ ਨੂੰ ਜਿੱਤ ਲੈਂਦਾ ਹੈ। ਜਦੋਂ ਇਸ ਗੱਲ ਬਾਰੇ ਸਰ ਬੁਲੰਦ ਖਾਨ ਨੂੰ ਪਤਾ ਚੱਲਦਾ ਹੈ, ਜੋ ਅਹਿਮਦ ਸ਼ਾਹ ਅਬਦਾਲੀ ਦਾ ਸਕਾ ਚਾਚਾ ਹੈ, ਉਹ ਆਪਣੇ ਵੱਲੋਂ ਸਿੱਖਾਂ 'ਤੇ ਹਮਲਾ ਕਰਦਾ ਹੈ। ਕਟਕ ਦਰਿਆ ਦੇ ਕਿਨਾਰੇ 'ਤੇ ਜੰਗ ਹੁੰਦੀ ਹੈ। ਸਿੱਖ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਨੂੰ ਬੰਦੀ ਬਣਾ ਲੈਂਦੇ ਹਨ, ਕੈਦੀ ਬਣਾ ਲੈਂਦੇ ਹਨ। ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਇਸ ਗੱਲ ਬਾਰੇ ਪਤਾ ਚੱਲਦਾ ਹੈ, ਮੇਰੇ ਚਾਚੇ ਨੂੰ ਸਿੱਖਾਂ ਨੇ ਕੈਦੀ ਬਣਾ ਕੇ ਰੱਖਿਆ ਹੋਇਆ ਰੋਹਤਾਸ ਦੇ ਕਿਲ੍ਹੇ ਦੇ ਵਿੱਚ, ਉਹ 1764 ਈਸਵੀ ਦੇ ਵਿੱਚ ਇੱਕ ਹਮਲਾ ਹੋਰ ਕਰਦਾ ਹੈ। ਜਿਸ ਸਮੇਂ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਹਮਲਾ ਕੀਤਾ ਗਿਆ, ਉਸ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਕਿਲ੍ਹਾ ਹੈ, ਉਸ ਕਿਲ੍ਹੇ ਦੇ ਵਿੱਚ ਗੁਰਬਖਸ਼ ਸਿੰਘ ਦੀ ਅਗਵਾਈ ਦੇ ਵਿੱਚ 30 ਸਿੱਖ ਹੁੰਦੇ ਹਨ। ਇਹ 30 ਸਿੱਖ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਦੇ ਹਨ ਅਤੇ ਸ਼ਹਾਦਤਾਂ ਪ੍ਰਾਪਤ ਕਰਦੇ ਹਨ। ਇੱਥੋਂ ਤੱਕ ਆਪਾਂ ਇਤਿਹਾਸ ਦੀ ਵਿਚਾਰ ਕੀਤੀ ਸੀ। ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1764 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜੋ ਹਮਲਾ ਕੀਤਾ ਹੈ, ਇਹਦੇ ਵਿੱਚ 30 ਸਿੱਖ ਸ਼ਹੀਦ ਹੋਏ ਹਨ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ 1767 ਈਸਵੀ ਤੱਕ 2-3 ਹਮਲੇ ਹੋਰ ਕਰਦਾ। ਇਹ ਹਮਲੇ ਕੋਈ ਬਹੁਤੇ ਤਾਕਤਵਰ ਨਹੀਂ ਸਨ, ਛੋਟੇ ਹਮਲੇ ਸਨ। ਅਤੇ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ 3 ਹਮਲੇ ਹੋਰ ਕਰਦਾ ਅਤੇ ਉਹ ਹਮਲਿਆਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਪੰਜਾਬ ਆਉਂਦਾ ਹੀ ਨਹੀਂ। 1772 ਈਸਵੀ ਤੱਕ ਇਸ ਨੇ ਹਮਲੇ ਕੀਤੇ ਹੈ, 11 ਹਮਲੇ। ਜੋ ਇਹਦੇ ਅਖੀਰਲੇ 6 ਹਮਲੇ ਸਨ, ਉਹ ਕੋਈ ਬਹੁਤੇ ਵੱਡੇ ਹਮਲੇ ਨਹੀਂ ਸਨ, ਛੋਟੇ ਛੋਟੇ ਹਮਲੇ ਕੀਤੇ ਗਏ ਹੈ, ਜਿਸ ਦੇ ਵਿੱਚ ਸਿੱਖਾਂ ਦਾ ਕੋਈ ਨੁਕਸਾਨ ਨਹੀਂ ਹੋਇਆ। 3 ਹਮਲਿਆਂ ਦੇ ਦੌਰਾਨ ਤਾਂ ਇਹ ਪੰਜਾਬ ਆਇਆ ਹੀ ਨਹੀਂ। 1772 ਈਸਵੀ ਤੱਕ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਦੇ ਰਹੇ ਹਨ ਸਿੱਖ। ਅਹਿਮਦ ਸ਼ਾਹ ਅਬਦਾਲੀ 1772 ਈਸਵੀ ਦੇ ਵਿੱਚ ਮਰ ਜਾਂਦਾ। ਬਾਹਰੋਂ ਹਮਲੇ ਹੋਣੇ ਬੰਦ ਹੋ ਜਾਂਦੇ ਅਫਗਾਨਿਸਤਾਨ ਦੇ ਵੱਲੋਂ। ਦਿੱਲੀ ਦਾ ਦਰਬਾਰ ਜੋ ਸ਼ਾਹ ਆਲਮ ਦੂਜਾ, 2 ਸ਼ਾਹ ਆਲਮ ਹੋਏ ਹੈ, ਇਹ ਦੂਸਰੇ ਦੀ ਗੱਲ ਹੈ, ਇਹ ਵੀ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ। ਦਿੱਲੀ ਦਰਬਾਰ ਵੀ ਬਹੁਤ ਕਮਜ਼ੋਰ ਹੋ ਗਿਆ। ਹੁਣ ਕੇਵਲ ਜੇਕਰ
ਕੋਈ ਬਹੁਤ ਵੱਡੀ ਤਾਕਤ ਹੈ ਪੰਜਾਬ ਦੇ ਵਿੱਚ, ਉਹ ਸਿੱਖ ਹਨ। ਰਾਜਪੂਤ ਵੀ ਤਕਰੀਬਨ ਖਤਮ ਹੋ ਗਏ ਹੈ। ਅਹਿਮਦ ਸ਼ਾਹ ਅਬਦਾਲੀ ਨੇ ਇਸ ਤਾਕਤ ਨੂੰ ਵੀ ਖਤਮ ਕੀਤਾ। ਹੁਣ ਕੇਵਲ ਜੇਕਰ ਕੋਈ ਵੱਡੀ ਤਾਕਤ ਹੈ ਤਾਂ ਉਹ ਸਿੱਖ ਹਨ, ਤੇ ਸਿੱਖਾਂ ਦੇ ਸਾਹਮਣੇ ਹੁਣ ਲੜਨ ਵਾਲਾ ਕੋਈ ਵੀ ਨਹੀਂ ਹੈ। ਤੇ ਇਸ ਕਰਕੇ ਸਿੱਖਾਂ ਨੇ ਫਿਰ ਬਹੁਤ ਇਲਾਕਿਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ, ਜਗਾਦਰੀ ਤੱਕ, ਤੇ ਦੂਸਰੇ ਪਾਸੇ ਝਨਾਬ ਦਰਿਆ ਤੱਕ, ਉੱਥੋਂ ਤੱਕ ਆਪਣਾ ਰਾਜ ਕਾਇਮ ਕਰ ਲਿਆ 1772 ਈਸਵੀ ਤੋਂ ਬਾਅਦ। ਹੁਣ ਜਦੋਂ ਸਾਹਮਣੇ ਕੋਈ ਤਾਕਤ ਨਹੀਂ ਰਹੀ, ਕੋਈ ਵੀ ਵਿਰੋਧੀ ਦੁਸ਼ਮਣ ਨਹੀਂ ਜਿਸ ਦੇ ਨਾਲ ਸਿੱਖ ਜੰਗ ਕਰਨ, ਸਭ ਖਤਮ ਹੋ ਗਏ ਹੈ, ਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ ਹੈ। ਬਹੁਤ ਦੂਰ ਤੱਕ ਇਲਾਕੇ ਮੱਲ ਲਏ ਹੈ ਸਿੱਖਾਂ ਨੇ, ਤੇ ਇੱਥੋਂ ਨਿਘਾਰ ਆਉਣਾ ਸਿੱਖਾਂ ਦੇ ਵਿੱਚ ਸ਼ੁਰੂ ਹੋ ਗਿਆ। ਮੈਂ ਪਹਿਲਾਂ ਇਹ ਜ਼ਿਕਰ ਕੀਤਾ ਸੀ 1733 ਈਸਵੀ ਦੇ ਵਿੱਚ ਸਿੱਖ ਕੌਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਬੁੱਢਾ ਦਲ ਤੇ ਤਰਨਾ ਦਲ। ਅੱਗੇ ਇਹਨਾਂ ਦੇ ਜਥੇ ਬਣਾਏ ਗਏ, ਫਿਰ ਜਦੋਂ ਗਿਣਤੀ ਜ਼ਿਆਦਾ ਵੱਧ ਗਈ ਫਿਰ 30 ਜਥੇ ਬਣਾ ਲਏ ਗਏ, ਫਿਰ 30 ਤੋਂ 65 ਜਥੇ ਬਣਾ ਲਏ ਗਏ, ਅਖੀਰ ਤੇ 11 ਜਥੇ ਬਣਾ ਲਏ ਗਏ, ਜਿਨ੍ਹਾਂ ਨੂੰ ਅਸੀਂ 11 ਮਿਸਲਾਂ ਕਹਿੰਦੇ ਹਾਂ। ਜਾਂ ਇੱਕ 12ਵਾਂ ਜਥਾ ਸੀ ਫੂਲਕੀਆ ਜਥਾ, ਜਿਹਦਾ ਆਗੂ ਆਲਾ ਸਿੰਘ ਸੀ। ਇਹ ਕੋਈ ਬਹੁਤਾ ਵਧੀਆ ਸਿੱਖਾਂ ਦੇ ਨਾਲ ਰਲ ਕੇ ਨਹੀਂ ਚੱਲਿਆ, ਜਿਸ ਕਰਕੇ ਇਹਨੂੰ ਨਹੀਂ ਮੰਨਿਆ ਜਾਂਦਾ। 11 ਮਿਸਲਾਂ ਹੀ ਮੰਨੀਆਂ ਜਾਂਦੀਆਂ ਹਨ। ਇਹ 11 ਜਥੇ, ਤੇ ਜਾਂ ਅਸੀਂ ਇਹਨਾਂ ਨੂੰ 11 ਮਿਸਲਾਂ ਕਹਿ ਦਿੰਦੇ ਹਾਂ। ਮਿਸਲ ਦਾ ਅਰਥ ਤਾਂ ਫਾਈਲ ਹੁੰਦਾ ਹੈ ਜਾਂ ਕਿਤਾਬ ਹੁੰਦਾ ਹੈ। ਅਸਲ ਦੇ ਵਿੱਚ ਇਹਨਾਂ 11 ਜਥਿਆਂ ਦਾ ਜੋ ਰਿਕਾਰਡ ਹੁੰਦਾ ਸੀ, ਜਿਹੜੀ ਫਾਈਲ ਦੇ ਵਿੱਚ, ਉਹ ਦਰਬਾਰ ਸਾਹਿਬ ਰੱਖੀ ਹੁੰਦੀ ਸੀ ਅਕਾਲ ਤਖਤ ਸਾਹਿਬ, ਤੇ ਉਹਦੇ ਵਿੱਚ ਇਹਨਾਂ ਦਾ ਹਿਸਾਬ ਕਿਤਾਬ ਲਿਖਿਆ ਹੁੰਦਾ ਸੀ ਵੀ ਕਿਹੜੀ ਮਿਸਲ ਨੇ ਕਿੰਨਾ ਇਲਾਕਾ ਮੱਲਿਆ, ਕਿੰਨਾ ਉਸਨੇ ਧਨ ਦੌਲਤ ਕਮਾਇਆ, ਕਿੰਨੇ ਉਹਨਾਂ ਨੇ ਵਧੀਆ ਕਾਰਜ ਕੀਤੇ ਆ, ਉਹ ਸਾਰਾ ਰਿਕਾਰਡ ਰੱਖਿਆ ਜਾਂਦਾ ਸੀ। ਉਹਦਾ ਨਾਮ ਮਿਸਲ ਹੁੰਦਾ ਸੀ, ਉਸ ਫਾਈਲ ਦਾ ਨਾਮ। ਤੇ ਹੌਲੀ ਹੌਲੀ ਉਹ ਫਿਰ ਮਿਸਲ ਸ਼ਬਦ ਹੀ ਪ੍ਰਚਲਿਤ ਹੋ ਗਿਆ, ਜਿਹੜਾ ਜਥਾ ਸ਼ਬਦ ਸੀ ਉਹ ਅਲੋਪ ਹੋ ਗਿਆ, ਤੇ ਅੱਜ ਵੀ ਅਸੀਂ 11 ਮਿਸਲਾਂ ਹੀ ਕਹਿੰਦੇ ਹਾਂ। ਮਿਸਲ ਦਾ ਅਰਥ ਉਹ ਫਾਈਲ ਹੁੰਦੀ ਹੈ ਜਿਸ ਦੇ ਵਿੱਚ ਰਿਕਾਰਡ ਰੱਖਿਆ ਜਾਂਦਾ। ਸੋ ਆਪਾਂ ਇਹ ਮਿਸਲਾਂ ਦੇ ਬਾਰੇ ਵੀ ਵਿਚਾਰ ਕਰਨੀ ਹੈ ਸੰਖੇਪ ਦੇ ਵਿੱਚ। ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕਰਾਂ ਵੀ ਸਿੱਖਾਂ ਨੇ ਸਰਬੱਤ ਖਾਲਸੇ ਬਹੁਤ ਜ਼ਿਆਦਾ ਕੀਤੇ ਹਨ। ਜਦੋਂ ਵੀ ਸਮਾਂ ਲੱਗਦਾ ਸਿੱਖ ਸਰਬੱਤ ਖਾਲਸਾ ਕਰਦੇ ਆ, ਉਸ ਸਮੇਂ ਸਰਬੱਤ ਖਾਲਸਾ ਕਰਨ ਦਾ ਤਰੀਕਾ ਕੀ ਸੀ? ਆਖਰ ਸਮੁੱਚੀ ਸਿੱਖ ਕੌਮ ਗੁਰਦੁਆਰਾ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਇਕੱਤਰ ਹੁੰਦੀ, ਉੱਥੇ ਸਰਬੱਤ ਖਾਲਸਾ ਕੀਤਾ ਜਾਂਦਾ। ਉਹ ਸਰਬੱਤ ਖਾਲਸਾ ਕਰਨ ਦਾ ਤਰੀਕਾ ਕੀ ਸੀ? ਸਮੁੱਚੀ ਕੌਮ ਦੇ ਵਿੱਚੋਂ ਇੱਕ ਵਿਅਕਤੀ ਚੁਣਿਆ ਜਾਂਦਾ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਜਦੋਂ ਖੰਡੇ ਕੀ ਪਹੁਲ ਛਕਾਈ ਹੈ, ਉਦੋਂ 5 ਪਿਆਰੇ ਸਾਜੇ ਹਨ। ਉਸੇ ਹੀ ਤਰੀਕੇ ਦੇ ਨਾਲ ਸਮੁੱਚੀ ਕੌਮ ਦੇ ਵਿੱਚੋਂ ਇੱਕ ਗੁਰਸਿੱਖ ਨੂੰ ਖੜਾ ਕਰ ਲਿਆ ਜਾਂਦਾ, ਸਾਰੀ ਸਿੱਖ ਕੌਮ ਦੇ ਵੱਲੋਂ, ਜਿਸ ਦੇ ਉੱਪਰ ਕਿਸੇ ਨੂੰ ਇਤਰਾਜ਼ ਨਾ ਹੁੰਦਾ। ਫਿਰ ਉਹ ਸਿੱਖ ਜਿਹੜਾ ਖੜਾ ਕੀਤਾ ਹੈ ਸਮੁੱਚੀ ਕੌਮ ਨੇ, ਉਹ ਆਪਣੇ ਵੱਲੋਂ ਇੱਕ ਸਿੱਖ ਖੜਾ ਹੋਰ ਕਰਦਾ, ਤੇ ਜਿਹੜਾ ਦੂਸਰਾ ਸਿੱਖ ਖੜਾ ਕੀਤਾ ਫਿਰ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਵੀ ਤੀਸਰਾ ਕਿਹੜੇ ਨੂੰ ਖੜਾ ਕਰਨਾ। ਇਸ ਤਰ੍ਹਾਂ 5 ਗੁਰਸਿੱਖ ਸਮੁੱਚੇ ਖਾਲਸਾ ਪੰਥ ਦੇ ਵਿੱਚੋਂ 5 ਪਿਆਰੇ ਜਾਂ 5 ਵਿਅਕਤੀ, 5 ਗੁਰਸਿੱਖ ਚੁਣ ਲਏ ਜਾਂਦੇ, ਜਿਨ੍ਹਾਂ ਦੇ ਉੱਪਰ ਕੋਈ ਕਿਸੇ ਨੂੰ ਇਤਰਾਜ਼ ਨਹੀਂ।
ਫਿਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ, ਉਹਨਾਂ ਦੇ ਸਾਹਮਣੇ ਸਾਰੇ ਮਸਲੇ ਵਿਚਾਰੇ ਜਾਂਦੇ, ਉਹੀ ਫੈਸਲੇ ਲੈਂਦੇ। ਰਤਨ ਸਿੰਘ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਵੀ ਜਦੋਂ ਸਰਬੱਤ ਖਾਲਸਾ ਕੀਤਾ ਜਾਂਦਾ ਉਦੋਂ ਕਿਸ ਤਰ੍ਹਾਂ ਦੀ ਮਰਜ਼ਾਦਾ ਹੁੰਦੀ ਸੀ। ਬੈਠ ਹਰਮੰਦਰ ਸੁਣੈ ਸੋ ਗਿਆਨਾ। ਸਭ ਤੋਂ ਪਹਿਲਾਂ ਸਿੱਖ ਦਰਬਾਰ ਸਾਹਿਬ ਜਾਂਦੇ, ਉੱਥੇ ਬੈਠ ਕੇ ਆਪਣੇ ਗੁਰੂ ਦੀ ਬਾਣੀ ਸੁਣਦੇ, ਕੀਰਤਨ ਸੁਣਦੇ, ਮੁੱਖ ਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਬੈਠ ਹਰਮੰਦਰ ਸੁਣੈ ਸੋ ਗਿਆਨਾ। ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ। ਬੈਠ ਹਰਮੰਦਰ ਸੁਣੈ ਸੋ ਗਿਆਨਾ, ਗੁਰ ਚਰਨਨ ਪਰ ਲਿਆਵੈ ਧਿਆਨਾ। ਅਕਾਲ ਬੁੰਗੇ ਚੜ੍ਹ ਤਖਤੇ ਬਹਿ। ਦਰਬਾਰ ਸਾਹਿਬ ਦੇ ਵਿੱਚ ਬਾਣੀ ਸੁਣਨ ਤੋਂ ਬਾਅਦ, ਅਰਦਾਸ ਕਰਨ ਤੋਂ ਬਾਅਦ, ਮੁੱਖ ਵਾਕ ਲੈਣ ਤੋਂ ਬਾਅਦ ਜੋ ਸਾਹਮਣੇ ਅਕਾਲ ਤਖਤ ਸਾਹਿਬ ਬਣਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ, ਉਸ ਤਖਤ ਦੇ ਉੱਪਰ ਜਾ ਕੇ ਬੈਠਦੇ। ਅਕਾਲ ਤਖਤ ਨਾਮ ਬਾਅਦ ਵਿੱਚ ਪ੍ਰਚਲਿਤ ਹੋਇਆ, ਪਹਿਲਾਂ ਉਸ ਦਾ ਨਾਮ ਅਕਾਲ ਬੁੰਗਾ ਹੈ। ਅਕਾਲ ਬੁੰਗੇ ਚੜ੍ਹ ਤਖਤੇ ਬਹਿ। ਫਿਰ ਉੱਥੇ ਜੋ ਸਿੱਖਾਂ ਦੇ ਨਾਲ ਸੰਬੰਧਿਤ ਰਾਜਨੀਤਿਕ ਮਸਲੇ ਹੁੰਦੇ ਸਨ, ਉਹਨਾਂ ਦੀ ਵਿਚਾਰ ਕੀਤੀ ਜਾਂਦੀ, ਕੁਝ ਮਤੇ ਪਾਸ ਕੀਤੇ ਜਾਂਦੇ। ਫਿਰ ਉਹ ਮਤੇ ਸਮੁੱਚੀ ਸਿੱਖ ਕੌਮ ਨੂੰ ਜੋ ਸਾਹਮਣੇ ਬੈਠੀ ਹੈ ਅਕਾਲ ਤਖਤ ਦੇ, ਉਹਨਾਂ ਨੂੰ ਸੁਣਾਏ ਜਾਂਦੇ ਅਕਾਲ ਤਖਤ ਸਾਹਿਬ ਤੋਂ। ਤੇ ਨਾਲ ਇਹ ਸਵਾਲ ਕੀਤਾ ਜਾਂਦਾ ਵੀ ਜੋ ਆਹ ਫੈਸਲੇ ਕੀਤੇ ਗਏ ਹੈ, ਮਤੇ ਪਾਏ ਗਏ ਹੈ, ਕਿਸੇ ਨੂੰ ਇਹਦੇ ਉੱਪਰ ਇਤਰਾਜ਼ ਹੋਵੇ, ਕੋਈ ਸਵਾਲ ਹੋਵੇ, ਹੁਣ ਤੁਸੀਂ ਸਵਾਲ ਕਰ ਸਕਦੇ ਹੋ, ਇਤਰਾਜ਼ ਕਰ ਸਕਦੇ ਹੋ ਵੀ ਆਹ ਮਤਾ ਪਾਸ ਨਹੀਂ ਸੀ ਹੋਣਾ ਚਾਹੀਦਾ, ਇਹਨੂੰ ਬਦਲ ਲਿਆ ਜਾਵੇ, ਕਿਵੇਂ ਵੀ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ। ਪਰ ਬਾਹਰ ਜਾ ਕੇ ਕਿਸੇ ਨੇ ਇਤਰਾਜ਼ ਨਹੀਂ ਕਰਨਾ, ਬਾਅਦ ਵਿੱਚ ਆਪਸ ਦੇ ਵਿੱਚ ਕੋਈ ਗੱਲਾਂ ਨਹੀਂ ਕਰਨੀਆਂ। ਜੇ ਸਹਿਮਤ ਨਹੀਂ ਹੋ ਤਾਂ ਹੁਣੇ ਖੜੇ ਹੋ ਕੇ ਸਵਾਲ ਕਰ ਸਕਦੇ ਹੋ, ਸਲਾਹ ਦੇ ਸਕਦੇ ਹੋ। ਜਿਹੜੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਆ, ਮਤੇ ਪਾਸ ਕੀਤੇ ਜਾਂਦੇ ਆ, ਉਹ ਕੇਵਲ ਸਿੱਖਾਂ ਦੇ ਨਾਲ ਸੰਬੰਧ ਰੱਖਦੇ ਆ, ਹੋਰ ਕਿਸੇ ਕੌਮ ਨਾਲ ਸੰਬੰਧ ਨਹੀਂ ਰੱਖਦੇ। ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਆਉਂਦਾ ਦਰਬਾਰ ਸਾਹਿਬ ਤੋਂ, ਉਹ ਸਮੁੱਚੀ ਮਾਨਵਤਾ ਦੇ ਲਈ ਹੁੰਦਾ ਹੈਗਾ, ਉਹਨੂੰ ਕੋਈ ਵੀ ਮੰਨ ਸਕਦਾ, ਉਸੇ ਦਾ ਹੀ ਭਲਾ ਹੋਵੇਗਾ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਸਮੁੱਚੀ ਮਾਨਵਤਾ ਦੇ ਲਈ ਹੈ, ਸਮੁੱਚੀਆਂ ਕੌਮਾਂ ਦੇ ਲਈ ਹੈ। ਕੋਈ ਵੀ ਇਸ ਮੁੱਖ ਵਾਕ ਨੂੰ ਮੰਨ ਸਕਦਾ ਹੈ, ਪਰ ਜਿਹੜੇ ਰਾਜਨੀਤਿਕ ਮਸਲਿਆਂ ਦੇ ਉੱਪਰ ਹੁਕਮਨਾਮੇ ਜਾਰੀ ਕੀਤੇ ਜਾਂਦੇ ਆ, ਮਤੇ ਪਾਏ ਜਾਂਦੇ ਆ, ਉਹ ਕੇਵਲ ਸਿੱਖਾਂ ਦੇ ਨਾਲ ਸੰਬੰਧਿਤ ਹੁੰਦੇ ਆ। ਇਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਉਹ ਕੇਵਲ ਸਿੱਖਾਂ ਦੇ ਲਈ ਹੁੰਦਾ, ਕਿਸੇ ਹੋਰ ਕੌਮ ਦੇ ਲਈ ਨਹੀਂ। ਸੋ ਇਸ ਤਰੀਕੇ ਦੇ ਨਾਲ ਸਰਬੱਤ ਖਾਲਸਾ ਕੀਤਾ ਜਾਂਦਾ। ਤੇ ਆਖਰ ਇੱਥੇ ਹੀ ਤਕਰੀਬਨ 1748 ਈਸਵੀ ਤੋਂ ਬਾਅਦ ਸਰਬੱਤ ਖਾਲਸਾ ਕਰਕੇ 11 ਜਥੇ ਬਣਾਏ ਗਏ ਸਨ, ਜਿਨ੍ਹਾਂ ਨੂੰ 11 ਮਿਸਲਾਂ ਕਿਹਾ ਜਾਂਦਾ ਹੈ। 1772 ਈਸਵੀ ਤੋਂ ਬਾਅਦ ਸਿੱਖਾਂ ਦਾ ਬੋਲਬਾਲਾ ਹੋ ਗਿਆ। 11 ਮਿਸਲਾਂ ਨੇ ਆਪੋ ਆਪਣੇ ਇਲਾਕੇ ਵੰਡ ਲਏ, ਪੰਜਾਬ ਨੂੰ ਵੰਡ ਲਿਆ ਵੀ ਇਸ ਇਲਾਕੇ ਦੇ ਵਿੱਚ ਫਲਾਨੀ ਜੋ ਮਿਸਲ ਹੈ ਉਹਦਾ ਰਾਜ ਹੋਵੇਗਾ, ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ, ਉਹਨਾਂ ਨੇ ਹੀ ਉੱਥੇ ਆਪਣੇ ਵਧੀਆ ਕਾਰਜ ਕਰਨੇ ਹੈ। ਹੁਣ ਇੱਥੇ ਕੀ ਹੋਇਆ, ਜਦੋਂ ਵਿਸਾਖੀ ਅਤੇ ਦੀਵਾਲੀ ਵਾਲੇ ਦਿਨ ਸਿੱਖ ਇਕੱਠੇ ਹੁੰਦੇ ਤੇ ਉੱਥੇ ਹਰੇਕ ਮਿਸਲ ਦਾ ਜੋ ਰਿਕਾਰਡ ਹੁੰਦਾ ਸੀ ਉਹ ਪੜ੍ਹ ਕੇ ਸੁਣਾਇਆ ਜਾਂਦਾ ਵੀ ਫਲਾਨੀ ਮਿਸਲ ਨੇ ਇੰਨੇ ਵਧੀਆ ਕੰਮ ਕੀਤੇ ਹੈ, ਇੰਨਾ ਇਹਨਾਂ ਨੇ ਧਨ ਦੌਲਤ ਕਮਾਇਆ। ਜੋ ਵੀ ਉਹਨਾਂ ਵੱਲੋਂ ਕਾਰਜ ਕੀਤੇ ਜਾਂਦੇ ਸਨ ਉਹ ਸੁਣਾਏ ਜਾਂਦੇ। ਆਖਰ ਕੋਈ ਮਿਸਲ ਜ਼ਿਆਦਾ ਕੰਮ ਕਰਦੀ ਹੈ, ਕੋਈ ਘੱਟ ਕਰਦੀ ਹੈ,
ਤੇ ਇੱਥੋਂ ਨਾ ਸਿੱਖਾਂ ਦੇ ਵਿੱਚ ਇੱਕ ਦੌੜ ਜੀ ਸ਼ੁਰੂ ਹੋ ਗਈ ਵੀ ਅਗਲੇ ਵਾਰੀ ਜਦੋਂ ਇੱਥੇ ਰਿਕਾਰਡ ਸੁਣਾਇਆ ਜਾਵੇ ਤਾਂ ਮੇਰੀ ਮਿਸਲ ਦਾ ਨਾਮ ਉੱਪਰ ਆਉਣਾ ਚਾਹੀਦਾ ਵੀ ਅਸੀਂ ਜ਼ਿਆਦਾ ਕੰਮ ਕੀਤੇ। ਇੱਕ ਈਰਖਾ ਪੈਦਾ ਹੋ ਗਈ, ਇੱਕ ਹੰਕਾਰ ਪੈਦਾ ਹੋ ਗਿਆ ਅੱਗੇ ਆਉਣ ਦਾ। ਸਿੱਖਾਂ ਨੇ ਭਾਵੇਂ ਝਨਾਬ ਕਿਨਾਰੇ ਤੱਕ ਰਾਜ ਕਾਇਮ ਕਰ ਲਿਆ, ਪਰ ਆਖਰ ਜਿਹੜੇ ਇਲਾਕੇ ਵਿੱਚ ਸਿੱਖ ਰਹਿ ਰਹੇ ਹੈ, ਜੇਕਰ ਕਿਸੇ ਨੇ ਆਪਣੀ ਮਿਸਲ ਦਾ ਨਾਮ ਉੱਪਰ ਲੈ ਕੇ ਜਾਣਾ ਤੇ ਫਿਰ ਉਹਦੇ ਲਈ ਇਹੀ ਜ਼ਰੂਰੀ ਹੈ ਨਾ ਵੀ ਉਹ ਦੂਸਰੀ ਮਿਸਲ ਦੇ ਉੱਪਰ ਹਮਲਾ ਕਰਕੇ ਉਹਦੇ ਇਲਾਕੇ 'ਤੇ ਕਬਜ਼ਾ ਕਰ ਲਵੇ। ਜੇ ਆਪਣੀ ਮਿਸਲ ਦਾ ਰਾਜ ਵਧਾਉਣਾ, ਆਮਦਨ ਵਧਾਉਣੀ ਹੈਗੀ, ਆਪਣੇ ਮਿਸਲ ਦਾ ਨਾਮ ਉੱਪਰ ਲੈ ਕੇ ਜਾਣਾ, ਤੇ ਫਿਰ ਹੁਣ ਹੋਰ ਕੋਈ ਵਿਰੋਧੀ ਦੁਸ਼ਮਣ ਤਾਂ ਹੈ ਨਹੀਂ ਜਿਹਦੇ ਨਾਲ ਜੰਗ ਕਰ ਸਕਣ। ਫਿਰ ਇਸ ਕਰਕੇ ਇਹੀ ਹੈ ਵੀ ਮਿਸਲਾਂ ਆਪਸ ਦੇ ਵਿੱਚ ਲੜਨ। ਹੁਣ ਸਾਰਾ ਹੀ ਸਿੱਖਾਂ ਦੇ ਕੋਲ ਇਲਾਕਾ ਹੈ, ਸਿੱਖਾਂ ਨੇ ਜਥੇ ਬਣਾ ਕੇ ਇਲਾਕਾ ਵੀ ਵੰਡ ਲਿਆ। ਇੱਥੋਂ ਕੀ ਹੋਇਆ, ਫਿਰ ਮਿਸਲਾਂ ਨੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਵੀ ਇੱਕ ਦੂਸਰੀ ਮਿਸਲ ਦਾ ਇਲਾਕਾ ਦੱਬਣ ਦੀ ਕੋਸ਼ਿਸ਼ ਕਰਨ ਲੱਗ ਗਏ, ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਇੱਕ ਅੰਗਰੇਜ਼ ਵਿਦਵਾਨ ਹੋਇਆ, ਉਸਨੇ ਲਿਖਿਆ ਵੀ ਇਹ ਸਿੱਖਾਂ ਦੇ ਵਿੱਚ ਬਹੁਤ ਵੱਡੀ ਗਲਤੀ ਸੀ। ਪਹਿਲਾਂ ਇਹ ਦੁਸ਼ਮਣ ਦੇ ਨਾਲ ਲੜਦੇ ਸੀ, ਜਦੋਂ ਤੱਕ ਵਿਰੋਧੀ ਆਉਂਦਾ ਰਿਹਾ ਹਮਲਾਵਰ ਬਣ ਕੇ, ਉਦੋਂ ਤੱਕ ਇਹਨਾਂ ਦੇ ਵਿੱਚ ਏਕਾ ਰਿਹਾ, ਗੁਰੂ ਦੇ ਦਰਬਾਰ ਦੇ ਵਿੱਚ ਜੁੜ ਕੇ ਬੈਠਦੇ ਰਹੇ, ਕੋਈ ਕਿਸੇ ਨਾਲ ਈਰਖਾ ਨਹੀਂ, ਕੋਈ ਸਾੜਾ ਨਹੀਂ, ਵਧੀਆ ਇਕੱਤਰਤਾ ਰੱਖਦੇ ਰਹੇ ਹੈ। ਪਰ ਜਦੋਂ ਬਾਕੀ ਦੇ ਜੋ ਵਿਰੋਧੀ ਦੁਸ਼ਮਣ ਹੈ ਉਹ ਖਤਮ ਹੋ ਗਏ, ਕੋਈ ਲੜਨ ਵਾਲਾ ਸਾਹਮਣੇ ਨਹੀਂ ਰਿਹਾ, ਉਦੋਂ ਫਿਰ ਸਿੱਖ ਆਪਸ ਦੇ ਵਿੱਚ ਇੱਕ ਦੂਜੇ ਦੇ ਜਥਿਆਂ 'ਤੇ ਹਮਲੇ ਕਰਕੇ ਆਪਸ ਦੇ ਵਿੱਚ ਲੜਨਾ, ਇੱਕ ਦੂਸਰੇ ਨੂੰ ਖਤਮ ਕਰਨਾ, ਇਸ ਤਰ੍ਹਾਂ ਆਪਣਾ ਹੀ ਖੁਦ ਆਪ ਨੁਕਸਾਨ ਕਰਨ ਲੱਗ ਗਏ। ਜੰਗਨਾਮੇ ਦੇ ਲਿਖਾਰੀ ਨੇ ਲਿਖਿਆ, ਕਹਿੰਦਾ ਜਦੋਂ ਸਿੱਖਾਂ ਨੂੰ ਪੜ੍ਹਿਆ ਜਾਂਦਾ, ਸਿੱਖਾਂ ਨੂੰ ਵੇਖਿਆ ਜਾਂਦਾ, ਜਦੋਂ ਸਿੱਖ ਇਕਾਂਤ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ, ਸਿਮਰਨ ਕਰਦਾ, ਬੰਦਗੀ ਕਰਦਾ, ਉਦੋਂ ਇਹਦੇ ਚਿਹਰੇ ਨੂੰ ਵੇਖਣ ਵਾਲਾ ਹੁੰਦਾ, ਇਹਦੇ ਚਿਹਰੇ ਤੋਂ ਇੰਜ ਲੱਗਦਾ ਵੀ ਇਹਦੇ ਵਰਗਾ ਕੋਈ ਧਰਮੀ ਨਹੀਂ ਹੈ, ਇਹਦੇ ਵਰਗਾ ਕੋਈ ਦੇਵਤਾ ਨਹੀਂ ਹੈ। ਤੇ ਜਦੋਂ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੜਦਾ, ਉਦੋਂ ਇੰਜ ਮਹਿਸੂਸ ਹੁੰਦਾ ਵੀ ਇਹਨਾਂ ਵਰਗਾ ਕੋਈ ਯੋਧਾ ਨਹੀਂ, ਇਹਨਾਂ ਵਰਗਾ ਕੋਈ ਸੂਰਮਾ ਨਹੀਂ, ਬੜੀ ਬਹਾਦਰੀ ਨਾਲ ਲੜਦੇ ਆ। ਪਰ ਜਦੋਂ ਇਹਨਾਂ ਨੂੰ ਆਪਸ ਦੇ ਵਿੱਚ ਲੜਦਿਆਂ ਵੇਖਿਆ ਜਾਂਦਾ, ਉਦੋਂ ਇੰਜ ਮਹਿਸੂਸ ਹੁੰਦਾ ਵੀ ਇਹਨਾਂ ਵਰਗੇ ਦਰਿੰਦੇ ਕੋਈ ਨਹੀਂ ਹੈ, ਕੋਈ ਤਰਸ ਨਹੀਂ ਹੈ, ਆਪਸ ਦੇ ਵਿੱਚ ਤਲਵਾਰਾਂ ਚਲਾ ਰਹੇ ਹੈ। 1767 ਈਸਵੀ ਦੇ ਵਿੱਚ ਸਿੱਖ ਹੈ ਜਿਹੜੇ ਉਹ ਮਿਸਲਾਂ ਆਪਸ ਦੇ ਵਿੱਚ ਲੜਨੀਆਂ, ਆਪਸ ਦੇ ਵਿੱਚ ਜੰਗਾਂ ਕਰਨੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ ਨੂੰ ਕਿੰਨਾ ਸਮਾਂ ਹੋਇਆ? 1708 ਦੇ ਵਿੱਚ ਸਮਾਇਆ। 60 ਸਾਲ ਸਿੱਖ ਕੌਮ ਇਕੱਠੀ ਰਹੀ ਹੈ। ਉਸ ਤੋਂ ਬਾਅਦ ਇਹਦੇ ਵਿੱਚ ਫੁੱਟ ਪੈ ਗਈ ਤੇ ਅੱਜ ਤੱਕ ਫੁੱਟ ਪਈ ਹੋਈ ਹੈ। ਅੱਜ ਵੀ ਸਿੱਖ ਕਿਹੜਾ ਇਕੱਠੇ ਹੈ, ਕਿੰਨੇ ਧੜਿਆਂ ਦੇ ਵਿੱਚ ਵੰਡੇ ਹੋਏ ਹੈ। ਕਿਵੇਂ ਅੱਜ ਵੀ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ, ਪੱਗਾਂ ਲਹਿ ਜਾਂਦੀਆਂ, ਪ੍ਰਧਾਨਗੀਆਂ ਪਿੱਛੇ ਗੋਲੀਆਂ ਚੱਲ ਜਾਂਦੀਆਂ, ਕਤਲ ਹੋ ਜਾਂਦੇ ਹੈ। ਅੱਜ ਵੀ ਇਸੇ ਤਰ੍ਹਾਂ। ਇੱਕ ਮੈਂ ਬੇਨਤੀ ਕਰ ਦੇਵਾਂ, ਜਿਹੜੀ ਅੱਜ ਗੁਰਦੁਆਰਿਆਂ ਦੇ ਵਿੱਚ ਲੜਾਈ ਹੈ ਨਾ, ਇਹ ਗੁਰਦੁਆਰਿਆਂ ਦੀ ਲੜਾਈ ਨਹੀਂ ਹੈ, ਇਹ ਸਾਡੀ ਬਾਹਰੀ ਲੜਾਈ ਹੈ। ਲੜੀ ਗੁਰਦੁਆਰਿਆਂ ਵਿੱਚ ਜਾਂਦੀ ਹੈ। ਹੁੰਦੇ ਤਾਂ ਸਾਡੇ ਬਾਹਰ ਦੇ ਮਸਲੇ ਹੈ, ਪਰਿਵਾਰਕ ਮਸਲੇ ਹੁੰਦੇ ਆ, ਸਾਡਾ ਕੋਈ ਜ਼ਮੀਨ ਦਾ ਰੌਲਾ ਹੁੰਦਾ ਜਾਂ ਕਿਸੇ ਨੇ ਕਿਸੇ ਵੇਲੇ ਸਾਨੂੰ ਕੋਈ ਗੱਲ ਕਹੀ ਹੁੰਦੀ ਹੈ, ਸਾਨੂੰ ਈਰਖਾ ਤਾਂ ਉਹ ਹੁੰਦੀ ਹੈ, ਪਰ ਲੜਦੇ ਅਸੀਂ ਗੁਰਦੁਆਰੇ ਆ ਕੇ ਹੈ। ਜਦੋਂ ਕਮੇਟੀ ਦੀ ਚੋਣ ਹੁੰਦੀ ਹੈ, ਕੋਈ ਇਕੱਤਰਤਾ ਹੁੰਦੀ ਹੈ, ਉਦੋਂ ਮੈਦਾਨ ਗੁਰਦੁਆਰੇ ਨੂੰ ਬਣਾ ਲਿਆ ਜਾਂਦਾ। ਅੱਜ ਵੀ ਫੁੱਟ ਹੈ ਸਾਡੇ ਵਿੱਚ ਇਹ। ਸੋ ਇਸ ਤਰੀਕੇ ਦੇ ਨਾਲ ਸਿੱਖ ਹੈ ਜਿਹੜੇ ਉਹ ਮਿਸਲਾਂ ਆਪਸ ਦੇ ਵਿੱਚ ਲੜਦੀਆਂ ਰਹੀਆਂ। ਤੇ ਨਹੀਂ ਤਾਂ ਜੇਕਰ ਸਿੱਖ ਉਸ ਵੇਲੇ ਆਪਸ ਦੇ ਵਿੱਚ ਨਾ ਲੜਦੇ ਤਾਂ ਇਹ ਕਿੰਨਾ ਮਰਜ਼ੀ ਵੱਡਾ ਰਾਜ ਕਾਇਮ ਕਰ ਸਕਦੇ ਸਨ।
ਕਿੰਨਾ ਮਰਜ਼ੀ ਵੱਡਾ, ਕਿਉਂਕਿ ਕੋਈ ਤਾਕਤ ਹੀ ਨਹੀਂ ਹੈ ਸਾਹਮਣੇ ਲੜਨ ਵਾਲੀ ਜੋ ਇਹਨਾਂ ਦਾ ਵਿਰੋਧ ਕਰੇ। ਇੱਕ ਘਟਨਾ ਦੀ ਮੈਂ ਸਾਂਝ ਪਾਵਾਂ, ਇੰਜ ਹੀ ਸਮਾਂ ਬਤੀਤ ਹੁੰਦਾ ਗਿਆ। ਮਾਰਚ ਮਹੀਨਾ 1783 ਈਸਵੀ ਦੀ ਇਹ ਘਟਨਾ ਹੈ। ਜੋ ਬਘੇਲ ਸਿੰਘ ਹੈ, ਜਿਸ ਦਾ ਨਾਮ ਬਹੁਤ ਜ਼ਿਆਦਾ ਹੈ ਸਿੱਖ ਇਤਿਹਾਸ ਦੇ ਵਿੱਚ, ਇਹਦਾ ਜਿਹੜਾ ਇਲਾਕਾ ਹੈ, ਇਹਦੀ ਮਿਸਲ ਦਾ, ਉਹ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ। ਉਸ ਕਸਬੇ ਦਾ ਨਾਮ ਹਰਿਆਣਾ ਹੈ। ਇਹਦੀ ਮਿਸਲ ਉਸ ਇਲਾਕੇ ਦੇ ਵਿੱਚ ਕਾਬਜ ਹੈ। ਇਹ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਜੋ ਸਿੱਖ ਆਗੂ ਹਨ, ਇਹ ਉੱਥੇ ਬੈਠ ਕੇ ਵਿਚਾਰ ਕਰਦੇ ਹੈ ਵੀ ਦਿੱਲੀ ਦਰਬਾਰ ਬਹੁਤ ਕਮਜ਼ੋਰ ਹੋ ਗਿਆ ਹੈ, ਆਪਾਂ ਨੂੰ ਦਿੱਲੀ 'ਤੇ ਹਮਲਾ ਕਰਨਾ ਚਾਹੀਦਾ, ਦਿੱਲੀ ਨੂੰ ਜਿੱਤ ਲੈਣਾ ਚਾਹੀਦਾ। ਆਖਰ ਇਹ ਫੈਸਲਾ ਕਰਕੇ ਤਕਰੀਬਨ 9 ਮਾਰਚ 1783 ਈਸਵੀ ਨੂੰ ਦਿੱਲੀ 'ਤੇ ਹਮਲਾ ਕਰਦੇ ਆ, ਲਾਲ ਕਿਲੇ 'ਤੇ ਘੇਰਾ ਪਾ ਕੇ ਇਹ ਬੈਠ ਜਾਂਦੇ ਆ। ਉਹਦੇ ਦਰਵਾਜ਼ੇ ਬੰਦ ਨੇ, ਦਰਵਾਜ਼ੇ ਦੇ ਰਾਹੀਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਹੀਂ ਜਾਇਆ ਜਾਂਦਾ। ਆਖਰ ਇੱਕ ਫੈਸਲਾ ਲਿਆ ਜਾਂਦਾ ਵੀ ਜੇ ਮੇਨ ਦਰਵਾਜ਼ੇ ਰਾਹੀਂ ਨਹੀਂ ਅੰਦਰ ਜਾਇਆ ਜਾਂਦਾ ਤਾਂ ਆਪਾਂ ਕਿਸੇ ਕੰਧ ਦੇ ਵਿੱਚ ਪਾੜ ਲਾ ਲੈਂਦੇ ਹਾਂ, ਉੱਥੋਂ ਦੀ ਆਪਾਂ ਅੰਦਰ ਚਲੇ ਜਾਵਾਂਗੇ। ਆਖਰ ਲਾਲ ਕਿਲੇ ਦੀ ਇੱਕ ਪਾਸੇ ਕੰਧ ਦੇ ਵਿੱਚ ਪਾੜ ਕੀਤਾ ਜਾਂਦਾ, ਛੋਟਾ ਜਿਹਾ ਮੋਰਾ ਕੀਤਾ ਜਾਂਦਾ। ਸਮੁੱਚੀ ਸਿੱਖ ਕੌਮ ਹੈ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ, ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਲਾਲ ਕਿਲੇ 'ਤੇ ਕਾਬਜ ਹੋ ਜਾਂਦੀ ਹੈ। ਲਾਲ ਕਿਲੇ ਨੂੰ ਜਿੱਤ ਲਿਆ ਜਾਂਦਾ ਮਾਰਚ 1783 ਈਸਵੀ ਦੇ ਵਿੱਚ। ਤੇ ਜਿੱਥੋਂ ਦੀ ਸਿੱਖ ਪਾੜ ਲਾ ਕੇ ਕੰਧ ਦੇ ਵਿੱਚ ਮੋਰਾ ਕਰਕੇ ਅੰਦਰ ਐਂਟਰ ਹੋਏ ਸੀ, ਬਾਅਦ ਦੇ ਵਿੱਚ ਉਹ ਬੰਦ ਨਹੀਂ ਕੀਤਾ ਗਿਆ, ਬਾਅਦ ਦੇ ਵਿੱਚ ਉੱਥੇ ਗੇਟ ਬਣਾ ਦਿੱਤਾ ਗਿਆ। ਅੱਜ ਵੀ ਜਦੋਂ ਦਿੱਲੀ ਦੀਆਂ ਬੱਸਾਂ ਦੇ ਵਿੱਚ ਤੁਸੀਂ ਸਫ਼ਰ ਕਰੋਗੇ, ਉਹਦੇ ਵਿੱਚ ਲਿਖਿਆ ਹੁੰਦਾ ਮੋਰੀ ਗੇਟ। ਉਹ ਮੋਰੀ ਗੇਟ ਦਾ ਇਤਿਹਾਸ ਸਿੱਖਾਂ ਦੇ ਨਾਲ ਜੁੜਦਾ। ਉਹ ਗੇਟ ਸਿੱਖਾਂ ਨੇ ਬਣਾਇਆ ਸੀ, ਉੱਥੋਂ ਦੀ ਮੋਰੀ ਕਰਕੇ ਜਾਂ ਮੋਰਾ ਕਰਕੇ ਉੱਥੋਂ ਦੀ ਹਮਲਾ ਕੀਤਾ ਸੀ। ਅੱਜ ਵੀ ਉਹ ਗੇਟ ਬਣਿਆ ਹੋਇਆ, ਮੋਰੀ ਗੇਟ ਵੱਜਦਾ ਦਿੱਲੀ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ। ਬਹੁਤ ਸਾਰੇ ਨਾਮ ਹੈ, ਇੱਕ 30 ਹਜ਼ਾਰੀ ਹੈ ਉੱਥੇ, ਉਹ ਵੀ ਸਿੱਖਾਂ ਦੇ ਨਾਲ ਸੰਬੰਧ ਰੱਖਦਾ। ਇੱਕ ਮਠਿਆਈ ਪੁਲ ਹੈ, ਉਹਦਾ ਇਤਿਹਾਸ ਵੀ ਸਿੱਖਾਂ ਦੇ ਨਾਲ ਸੰਬੰਧ ਰੱਖਦਾ ਹੈਗਾ, ਉਹ ਆਪਾਂ ਵਿਚਾਰਾਂਗੇ ਕੱਲ੍ਹ ਨੂੰ। ਸੋ ਆਖਰ ਇੱਥੇ ਲਾਲ ਕਿਲੇ ਨੂੰ ਜਿੱਤ ਲਿਆ ਜਾਂਦਾ ਹੈ। ਲਾਲ ਕਿਲੇ ਨੂੰ ਜਦੋਂ ਜਿੱਤ ਲਿਆ ਜਾਂਦਾ, ਉਸ ਸਮੇਂ ਜੋ ਉੱਥੇ ਸਿੱਖ ਫੌਜ ਹੈ ਉਹ ਜੱਸਾ ਸਿੰਘ ਆਹਲੂਵਾਲੀਏ ਨੂੰ ਕਹਿੰਦੇ ਆ ਵੀ ਤੁਸੀਂ ਬਹੁਤ ਹੀ ਸਤਿਕਾਰੇ ਹੋ, ਤੁਸੀਂ ਬੜਾ ਲੰਬੇਰਾ ਸਮੇਂ ਤੋਂ ਸਿੱਖ ਕੌਮ ਦੀ ਅਗਵਾਈ ਕਰਦੇ ਆ ਰਹੇ ਹੋ, ਬੜੀਆਂ ਤੁਸੀਂ ਜੰਗਾਂ ਲੜੀਆਂ, ਬੜੀਆਂ ਹੀ ਬਹਾਦਰੀਆਂ ਵਿਖਾਈਆਂ, ਤੇ ਤੁਸੀਂ ਤਖਤ 'ਤੇ ਬੈਠ ਜਾਵੋ। ਤਖਤ ਦੇ ਉੱਪਰ ਤੁਹਾਨੂੰ ਬੈਠਣ ਦਾ ਅਧਿਕਾਰ ਹੈ। ਅਸੀਂ ਸਾਰੇ ਹੀ ਇਸ ਗੱਲ ਨਾਲ ਸਹਿਮਤ ਹਾਂ ਵੀ ਜੇ ਅਸੀਂ ਦਿੱਲੀ 'ਤੇ ਕਬਜ਼ਾ ਕਰ ਲਿਆ ਤੇ ਦਿੱਲੀ ਦੇ ਤਖਤ 'ਤੇ ਕੌਣ ਬੈਠੇਗਾ? ਤੇ ਉਹ ਜੱਸਾ ਸਿੰਘ ਆਹਲੂਵਾਲੀਆ ਬੈਠੇਗਾ। ਜੱਸਾ ਸਿੰਘ ਆਹਲੂਵਾਲੀਆ ਇਹ ਕਹਿ ਕੇ ਇਨਕਾਰ ਕਰ ਦਿੰਦਾ ਵੀ ਤਖਤ 'ਤੇ ਤਾਂ ਕੇਵਲ ਗੁਰੂ ਹੀ ਬੈਠ ਸਕਦਾ ਤੇ ਅਸੀਂ ਤਾਂ ਗੁਰੂ ਦੇ ਨਿਮਾਣੇ ਸਿੱਖ ਹਾਂ, ਅਸੀਂ ਤਾਂ ਚਰਨਾਂ ਦੇ ਵਿੱਚ ਹੀ ਬੈਠ ਸਕਦੇ ਹਾਂ। ਇਹ ਜੱਸਾ ਸਿੰਘ ਆਹਲੂਵਾਲੀਏ ਦਾ ਜੇ ਪਿਛੋਕੜ ਵੇਖਿਆ ਜਾਵੇ, ਇਹਦਾ ਪਿਤਾ ਬਚਪਨ ਦੇ ਵਿੱਚ ਗੁਜ਼ਰ ਗਿਆ ਸੀ। ਇਸ ਬੱਚੇ ਨੂੰ ਇਹਦੀ ਮਾਤਾ ਲੈ ਕੇ ਦਰਬਾਰ ਸਾਹਿਬ ਆਈ ਅੰਮ੍ਰਿਤਸਰ, ਤੇ ਨਵਾਬ ਕਪੂਰ ਸਿੰਘ ਉਸ ਦੇ ਕੋਲ ਆਈ ਵੀ ਮੇਰਾ ਬੱਚਾ ਹੈ, ਇਸ ਨੂੰ ਮੈਂ ਚਾਹੁੰਦੀ ਹਾਂ ਵੀ ਇਹ ਇੱਥੇ ਸਿੱਖਾਂ ਦੇ ਜਥੇ ਦੇ ਵਿੱਚ ਰਹੇ। ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਵੀ ਸਰੰਦੇ ਦੇ ਉੱਪਰ ਕੀਰਤਨ ਕਰਦੀ ਰਹੀ ਹੈ, ਤੇ ਇਹਦਾ ਬੱਚਾ ਜੱਸਾ ਸਿੰਘ ਆਹਲੂਵਾਲੀਆ ਵੀ ਕੀਰਤਨ ਕਰ ਲੈਂਦਾ ਸੀ ਛੋਟੀ ਉਮਰ ਦੇ ਵਿੱਚ। ਜਦੋਂ ਇਸ ਬੱਚੇ ਨੇ ਕੀਰਤਨ ਕੀਤਾ, ਨਵਾਬ ਕਪੂਰ ਸਿੰਘ ਨੇ ਇਸ ਬੱਚੇ ਨੂੰ ਇਹ ਗੱਲ ਕਹੀ ਸੀ ਵੀ ਸਿੱਖ ਇੰਨੇ ਨਿਰਵੈਰ ਤੇ ਦਿਆਲੂ ਹੈ, ਮੈਂ ਇਹਨਾਂ ਦੇ ਘੋੜਿਆਂ ਦੀ ਸੇਵਾ ਸੰਭਾਲ ਕਰਦਾ ਰਿਹਾ ਤੇ ਇਹਨਾਂ ਨੇ ਮੈਨੂੰ ਇੰਨਾ ਸਤਿਕਾਰ ਦਿੱਤਾ ਹੈ, ਮੈਨੂੰ ਨਵਾਬ ਬਣਾ ਦਿੱਤਾ ਹੈ।
ਜੇਕਰ ਤੂੰ ਵੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਦਾ ਰਹੇਗਾ, ਹੋ ਸਕਦਾ ਤੈਨੂੰ ਕੋਈ ਮੇਰੇ ਤੋਂ ਵੀ ਵੱਡਾ ਅਹੁਦਾ ਮਿਲ ਜਾਵੇ। ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਦੇ ਵਿੱਚ ਸੁਲਤਾਨ ਉਲ ਕੌਮ ਕਿਹਾ ਜਾਂਦਾ, ਕੌਮ ਦਾ ਬਾਦਸ਼ਾਹ ਕਿਹਾ ਜਾਂਦਾ। ਇਹਦੇ ਨਾਮ ਦੇ ਨਾਲ ਇਹ ਸ਼ਬਦ ਜੁੜਦੇ ਹੈ। ਤੇ ਅੱਜ ਵੀ ਜੱਸਾ ਸਿੰਘ ਆਹਲੂਵਾਲੀਆ ਨੂੰ ਸਮੁੱਚੀ ਸਿੱਖ ਕੌਮ ਇਹ ਕਹਿ ਰਹੀ ਹੈ ਵੀ ਤੁਸੀਂ ਦਿੱਲੀ ਦੇ ਤਖਤ ਤੇ ਬੈਠੋ। ਆਖਰ ਜੱਸਾ ਸਿੰਘ ਆਹਲੂਵਾਲੀਆ ਨਹੀਂ ਬੈਠਾ। ਹੋਰ ਸਿੱਖਾਂ ਨੂੰ ਵੀ ਪੁੱਛਿਆ ਗਿਆ ਵੀ ਜੇ ਕਿਸੇ ਦੀ ਹੈ ਕੋਈ ਇੱਛਾ ਦਿੱਲੀ ਦੇ ਤਖਤ ਤੇ ਬੈਠਣ ਦੀ ਤਾਂ ਬੈਠ ਸਕਦਾ। ਇਹ ਉਹੀ ਤਖਤ ਹੈ ਜਿਹੜਾ ਕਿਸੇ ਸਮੇਂ ਸ਼ਾਹਜਹਾਂ ਨੇ ਬਣਾਇਆ। ਅੱਜ ਉਸ ਤਖਤ ਤੇ ਕਬਜ਼ਾ ਸਿੱਖਾਂ ਦਾ। ਜਦੋਂ ਕੋਈ ਵੀ ਸਿੱਖ ਤਿਆਰ ਨਹੀਂ ਨਾ ਹੁੰਦਾ, ਫਿਰ ਇਹ ਫੈਸਲਾ ਲਿਆ ਜਾਂਦਾ ਵੀ ਇਹ ਤਖਤ ਨੂੰ ਪੁੱਟ ਲਿਆ ਜਾਵੇ, ਵੀ ਜਦੋਂ ਕੋਈ ਬੈਠ ਹੀ ਨਹੀਂ ਰਿਹਾ। ਆਖਰ ਉਹ ਇੱਕ ਸਿੱਲ ਪੁੱਟੀ ਜਾਂਦੀ ਹੈ ਤਖਤ ਦੀ, ਇਸ ਬੈਂਚ ਤੋਂ ਵੱਡੀ ਹੈ ਉਹ, ਤੇ ਉਹ ਜੋ ਸਿੱਲ ਹੈਗੀ ਪੱਥਰ ਦੀ ਤਖਤ ਹੈ ਉਹਨੂੰ ਪੁੱਟ ਲਿਆ ਜਾਂਦਾ ਹੈ। ਆਖਰ ਸਿੱਖ ਹੈ ਇਸ ਦਿੱਲੀ ਨੂੰ ਜਿੱਤ ਕੇ ਛੱਡ ਕੇ ਆ ਜਾਂਦੇ ਆ। ਜਦੋਂ ਆ ਰਹੇ ਹੁੰਦੇ ਆ, ਬਘੇਲ ਸਿੰਘ ਨੂੰ ਉੱਥੋਂ ਦੇ ਲੋਕ ਕਹਿੰਦੇ ਆ ਵੀ ਤੁਸੀਂ ਬਹੁਤ ਚੰਗੇ ਹੋ, ਤੁਸੀਂ ਜੇਕਰ ਇੱਥੇ ਕਬਜ਼ਾ ਕਰ ਲਿਆ, ਤੁਸੀਂ ਜਾ ਕਿਉਂ ਰਹੇ ਹੋ ਦਿੱਲੀ ਨੂੰ ਛੱਡ ਕੇ, ਤੁਸੀਂ ਇੱਥੇ ਰਹੋ, ਰਾਜ ਪ੍ਰਬੰਧ ਕਰੋ ਵਧੀਆ ਤਰੀਕੇ ਦੇ ਨਾਲ। ਤੇ ਬਘੇਲ ਸਿੰਘ ਉਸ ਸਮੇਂ ਇਹ ਗੱਲ ਕਹਿੰਦਾ ਵੀ ਸਿੱਖਾਂ ਦੇ ਲਈ ਜਿਹੋ ਜੀ ਬਿੱਲੀ ਮਾਰ ਲਈ, ਜਿਹੋ ਜੀ ਦਿੱਲੀ ਮਾਰ ਲਈ, ਜੇਕਰ ਸਾਡੇ ਮਨ ਦੀ ਇੱਛਾ ਹੋਈ ਅਸੀਂ ਦੁਬਾਰੇ ਫਿਰ ਕਬਜ਼ਾ ਕਰ ਲਾਂਗੇ। ਤੇ ਸਿੱਖ ਇਤਿਹਾਸ ਦੇ ਵਿੱਚ ਇਸ ਨੂੰ ਇੱਕ ਗਲਤੀ ਕਿਹਾ ਗਿਆ ਵੀ ਇਹ ਗਲਤੀ ਕੀਤੀ ਹੈ ਸਿੱਖਾਂ ਨੇ, ਜਿੱਤ ਕੇ ਕਿਸੇ ਇਲਾਕੇ ਨੂੰ ਐਵੇਂ ਛੱਡ ਕੇ ਆ ਜਾਣਾ ਬਾਅਦ ਦੇ ਵਿੱਚ। ਤੇ ਉਹ ਜਿਹੜਾ ਤਖਤ ਹੈ ਨਾ, ਸਿੱਲ ਹੈ, ਅੱਜ ਵੀ ਦਰਬਾਰ ਸਾਹਿਬ ਪਈ ਹੈ ਅੰਮ੍ਰਿਤਸਰ, ਤੁਸੀਂ ਵੇਖ ਸਕਦੇ ਹੋ ਜਦੋਂ ਜਾਓਗੇ। ਉਹ ਜੋ ਰਾਮਗੜੀਆ ਬੁੰਗਾ ਬਣਿਆ ਹੋਇਆ ਲੰਗਰ ਹਾਲ ਦੇ ਇੱਧਰਲੀ ਸਾਈਡ, ਜਿੱਧਰਲੇ ਪਾਸੇ ਦੁੱਖ ਭੰਜਨੀ ਬੇਰੀ ਹੈ, ਉਸ ਪਾਸੇ ਜੋ ਬੁੰਗਾ ਬਣਿਆ ਹੋਇਆ ਉਹਦੇ ਵਿੱਚ ਪਈ ਆ, ਉਹ ਸੰਭਾਲ ਕੇ ਰੱਖੀ। ਸਾਡੇ ਇਤਿਹਾਸ ਦੀ ਇੱਕ ਘਟਨਾ ਹੈ ਵੀ ਕਿਸੇ ਸਮੇਂ ਸਿੱਖਾਂ ਨੇ ਦਿੱਲੀ ਦਾ ਤਖਤ ਅਕਾਲ ਤਖਤ ਦੇ ਅੱਗੇ ਝੁਕਾਇਆ ਹੈਗਾ। ਇੱਕ ਹੋਰ ਫੈਸਲਾ ਕੀਤਾ ਜਾਂਦਾ ਵੀ ਜੋ ਇੱਥੇ ਰਾਜਨੀਤਿਕ ਝੰਡਾ ਝੂਲ ਰਿਹਾ ਨਾ ਲਾਲ ਕਿਲੇ ਤੇ, ਇਹਨੂੰ ਉਤਾਰ ਦਿੱਤਾ ਜਾਵੇ। ਜੋ ਖਾਲਸਾਈ ਨਿਸ਼ਾਨ ਸਾਹਿਬ ਹੈ ਉਸ ਨੂੰ ਝੁਲਾ ਦਿੱਤਾ ਜਾਵੇ। ਤੇ ਉਸ ਸਮੇਂ ਜੋ ਨਿਸ਼ਾਨ ਖਾਲਸਾਈ ਨਿਸ਼ਾਨ ਸਾਹਿਬ ਆ ਉਹ ਝੁਲਾਇਆ ਗਿਆ। ਤੇ ਉਹਦਾ ਰੰਗ ਹੈ ਨਾ ਜਿਹੜਾ ਕੱਪੜੇ ਦਾ, ਉਹ ਨੀਲਾ ਰੰਗ ਹੈਗਾ। ਜਿਹੜਾ ਅਸੀਂ ਅੱਜ ਨਿਸ਼ਾਨ ਸਾਹਿਬ ਦਾ ਕੱਪੜਾ ਚੜਾਉਣੇ ਆ ਜਿਹੜੇ ਰੰਗ ਦਾ, ਇਹ ਤਾਂ 1800 ਈਸਵੀ ਤੋਂ ਬਾਅਦ ਇਹ ਰੰਗ ਸਾਡੇ ਵਿੱਚ ਪ੍ਰਚਲਿਤ ਹੋਇਆ ਹੈ। ਪੁਰਾਣੇ ਸਮੇਂ ਦੇ ਵਿੱਚ ਸਾਡਾ ਇਹ ਰੰਗ ਨਹੀਂ ਸੀ। ਸਾਡਾ ਰੰਗ ਜੋ ਨਿਸ਼ਾਨ ਸਾਹਿਬ ਦਾ ਉਹ ਨੀਲਾ ਹੈ, ਜਾਂ ਸਕਾਈ ਬਲੂ ਕਹਿ ਸਕਦੇ ਹਾਂ, ਸ਼ਰਮਈ ਵੀ ਕਹਿ ਸਕਦੇ ਹਾਂ। ਇਹ ਬਾਅਦ ਦੇ ਵਿੱਚ ਪੁਜਾਰੀਆਂ ਦੀ ਦੇਣ ਹੈ, ਇਹ ਸਾਡਾ ਰੰਗ ਨਹੀਂ ਹੈ। 1783 ਈਸਵੀ ਦੇ ਵਿੱਚ ਬਘੇਲ ਸਿੰਘ ਦੀ ਅਗਵਾਈ ਦੇ ਵਿੱਚ ਦਿੱਲੀ ਦੇ ਉੱਪਰ ਸਿੱਖਾਂ ਨੇ ਫਤਿਹ ਕਰ ਲਈ। ਸੋ ਅਗਲੇ ਇਤਿਹਾਸ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।